ਸਾਧ ਸੰਗਤ ਜੀ, ਅਕਸਰ ਜਦੋਂ ਅਸੀਂ ਸਤਿਗੁਰ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ ਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦਿਆਂ ਸਾਡੇ ਮਨ ਦੇ ਅੰਦਰ ਅਨੇਕਾਂ ਸਵਾਲ ਹੁੰਦੇ ਨੇ। ਕਈ ਵਾਰੀ ਜ਼ਿੰਦਗੀ ਦੇ ਦੋ ਪੜਾਅ ਲੰਘ ਜਾਂਦੇ ਨੇ, ਭਾਵ ਬਜ਼ੁਰਗੀ ਤਨ ਤੇ ਆ ਜਾਂਦੀ ਏ ਤੇ ਸਾਡੇ ਜੀਵਨ ਦੇ ਇਹ ਸਵਾਲ ਜਿਹੜੇ ਨੇ ਉਹ ਸਾਡੇ ਜੀਵਨ ਦੇ ਵਿੱਚੋਂ ਦੂਰ ਨਹੀਂ ਹੁੰਦੇ, ਜਾਂ ਇਉਂ ਕਹਿ ਲਓ ਵੀ ਸਾਨੂੰ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਮਿਲਦਾ। ਔਰ ਜਵਾਬ ਅਸੀਂ ਪ੍ਰਾਪਤ ਕਰੀਏ ਤੇ ਕਰੀਏ ਕਿਸ ਥਾਂ ਤੋਂ? ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ। ਸਭ ਕਹਿੰਦੇ ਨੇ ਗੁਰੂ ਦੀ ਗੋਦ ਵਿੱਚ ਬੈਠ ਤੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ ਆਪਣੇ ਜੀਵਨ ਵਿੱਚ ਦ੍ਰਿੜ ਕਰ, ਕਿਉਂਕਿ ਬਾਹਰੀ ਤੌਰ ਤੇ ਸਾਧ ਸੰਗਤ ਹਰ ਇੱਕ ਮਨੁੱਖ ਦੀ ਆਪਣੀ ਬੁੱਧ ਹੈ ਤੇ ਜਿਹੜਾ ਬੰਦਾ ਆਪਣੀ ਬੁੱਧ ਤੇ ਆਪਣੀ ਅਕਲ ਤੇ ਸਿਆਣਪ ਨਾਲ ਸੰਸਾਰ ਵਿੱਚ ਧਰਮ ਦੀ ਗੱਲ ਕਰਦਾ ਹੈ, ਉਹ ਕਦੇ ਵੀ ਧਰਮ ਦੀ ਦੁਨੀਆ ਦੇ ਵਿੱਚ ਪੂਰਨ ਨਹੀਂ ਹੋ ਸਕਦਾ। ਇਸ ਗੱਲ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਮੈਂ ਜਿਸ ਵਿਸ਼ੇ ਤੇ ਆਪ ਜੀ ਨਾਲ ਗੱਲ ਕਰਨੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਅਸੀਂ ਆਏ ਤੇ ਅਕਸਰ ਅਸੀਂ ਧਰਮ ਨੂੰ ਨਾ ਬਾਹਰੀ ਤੌਰ ਤੇ ਸਿਰਫ ਸ਼ਰਧਾ ਦੇ ਲਿਬਾਸ ਵਿੱਚ ਕੱਢ ਕੇ ਵੇਖਣਾ ਚਾਹੁੰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਬੰਦਾ ਧਰਮੀ ਉਹ ਹੈ ਜਿਹਦੇ ਅੰਦਰ ਸ਼ਰਧਾ ਹੈ। ਅਸ਼ਰਧਕ ਬੰਦਾ ਕਦੇ ਵੀ ਧਰਮੀ ਨਹੀਂ ਹੋ ਸਕਦਾ। ਇਹ ਗੱਲ ਕਿਸੇ ਹੱਦ ਤੱਕ ਸੱਚ ਮੰਨੀ ਜਾ ਸਕਦੀ ਹੈ, ਪਰ ਇਹਨੂੰ ਤਾਂ ਸੱਚ ਮੰਨਿਆ ਜਾ ਸਕਦਾ ਹੈ ਜੇ ਸੱਚ ਵਿੱਚ ਸਾਨੂੰ ਸ਼ਰਧਾ ਦੀ ਪਰਿਭਾਸ਼ਾ ਸਮਝ ਵਿੱਚ ਆ ਜਾਏ। ਜੇ ਅਸੀਂ ਸ਼ਰਧਾ ਦੀ ਪਰਿਭਾਸ਼ਾ ਵੀ ਆਪਣੀ ਮਤ ਨਾਲ ਕੱਢ ਲਈ ਤੇ ਉਸ ਘੜੀ ਹੋਈ ਪਰਿਭਾਸ਼ਾ ਨੂੰ ਅਸੀਂ ਗੁਰੂ ਤੇ ਥੋਪ ਦਿੱਤਾ ਵੀ ਆਹ ਕੰਮ ਕਰਾਂਗੇ ਤੇ ਗੁਰੂ ਦੀ ਖੁਸ਼ੀ ਮਿਲਣੀ ਹੈ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਆਪ ਜੀ ਦੇ ਚਰਨਾਂ ਵਿੱਚ ਰੱਖਦੇ ਹਾਂ। ਮੰਨ ਲਓ ਮੈਂ ਸਤਿਗੁਰ ਦੀ ਸ਼ਰਨ ਵਿੱਚ ਆਇਆ ਤੇ ਸਾਧ ਸੰਗਤ ਮੇਰੇ ਮਨ ਅੰਦਰ ਭਾਵ ਸੀ ਵੀ ਮੈਨੂੰ ਮੇਰੇ ਮਾਲਕ ਦੇ ਚਰਨਾਂ ਦੇ ਵਿੱਚੋਂ ਆਹ ਸੰਸਾਰਿਕ ਦਾਤ ਮਿਲ ਜਾਏ। ਤੇ ਜਿਸ ਵੇਲੇ ਮੈਂ ਆਪਣੇ ਸਤਿਗੁਰ ਦੀ ਸ਼ਰਨ ਵਿੱਚ ਆਇਆ, ਮੈਨੂੰ ਕਿਸੇ ਨੇ ਕਹਿ ਦਿੱਤਾ ਵੀ ਤੂੰ ਇੰਨੇ ਦਿਨ ਆਪਣੇ ਮਾਲਕ ਦੇ ਚਰਨਾਂ ਵਿੱਚ ਨੰਗੇ ਪੈਰ ਰੋਜ਼ ਜਾਇਆ ਕਰ। ਰੋਜ਼ ਮਾਲਕ ਦੇ ਚਰਨਾਂ ਵਿੱਚ ਨੰਗੇ ਪੈਰ ਜਾ ਕੇ ਅਰਦਾਸਾਂ ਜੋਦੜੀਆਂ ਕਰੇਗਾ ਤੇ ਤੇਰੀ ਇਹ ਮੰਗ ਪੂਰੀ ਹੋ ਜਾਏਗੀ। ਹੁਣ ਰੋਜ਼ ਗੁਰੂ ਤੇ ਦਰ ਤੇ ਜਾਣਾ ਇੱਕ ਚੰਗੀ ਗੱਲ ਹੈ। ਵੇਖੋ ਅੱਜ ਜਿਹੜਾ ਖਾਸ ਕਰਕੇ ਸਾਡੇ ਸਮਾਜ ਵਿੱਚ ਜਿਹੜਾ ਪਹਿਲਾਂ ਸਿਰਫ ਮੰਦਿਰਾਂ ਦੇ ਵਿੱਚ ਸੀ, ਹੁਣ ਉਹ ਗੁਰਦੁਆਰਿਆਂ ਦੇ ਅੰਦਰ ਸਾਨੂੰ ਵੇਖਣ ਨੂੰ ਮਿਲਦਾ ਹੈ ਕਿ 40 ਦਿਨ ਗੁਰਦੁਆਰੇ ਆਣਾ, ਜਿਹਨੂੰ ਕਿਹਾ ਜਾਂਦਾ ਹੈ ਵੀ ਅਸੀਂ ਚਲੀਆ ਪੂਰਾ ਕਰ ਰਹੇ ਹਾਂ। ਵੈਸੇ ਚਲੀਆ ਗੁਰਮਤਿ ਦੇ ਵਿਧਾਨ ਵਿੱਚ ਨਹੀਂ, ਪਰ ਜੇ ਅਸੀਂ ਇਹਦਾ ਇੱਕ ਪੱਖ ਦੇਖੀਏ ਤੇ ਕਿਸੇ ਸਿਆਣੇ ਸੱਜਣ ਨੇ ਸ਼ਾਇਦ ਜੁਗਤ ਬੜੀ ਸੋਹਣੀ ਬਣਾਈ ਸੀ ਕਿ ਇਹ ਬੰਦਾ ਜਿਹੜਾ ਕਦੀ ਰੱਬ ਦੇ ਦਰ ਤੇ ਗਿਆ ਨਹੀਂ, ਇਹਨੂੰ ਇੱਕ ਲਾਲਚ ਦੇ ਦਿਓ ਵੀ 40 ਦਿਨ ਜਾਏਗਾ ਤੇ ਤੈਨੂੰ ਆਹ ਚੀਜ਼ ਮਿਲ ਜਾਏਗੀ। ਹੁਣ ਉਹ 40 ਦਿਨ ਜਾਣ ਦਾ ਮਤਲਬ ਸੀ ਵੀ ਇਹਦੇ ਜੀਵਨ ਵਿੱਚ ਉਹ ਚੀਜ਼ ਪੱਕ ਜਾਏ। ਸੁਭਾਅ ਦੇ ਵਿੱਚ ਕਿਸੇ ਚੀਜ਼ ਦੇ ਸ਼ਾਮਲ ਹੋਣ ਲੱਗਿਆ ਸਮਾਂ ਲੱਗਦਾ ਹੈ, ਪਰ ਇੱਕ ਗੱਲ ਚੇਤੇ ਰੱਖੀਏ ਵੀ ਜਿਹੜੀ ਚੀਜ਼ ਕੀਤੀ ਹੀ ਸਿਰਫ ਬਾਹਰੀ ਤੌਰ ਤੇ ਵਸਤੂ ਦੀ ਪ੍ਰਾਪਤੀ ਲਈ ਜਾਏ, ਜਿੰਦੇ ਅੰਦਰ ਪਿਆਰ ਹੈ ਹੀ ਕੋਈ ਨਹੀਂ, ਉਹ ਚੀਜ਼ ਭਾਵੇਂ 40 ਦਿਨ ਛੱਡੋ, ਤੁਸੀਂ 400 ਦਿਨ ਵੀ ਕਰ ਲਓ, ਜਿਸ ਦਿਨ ਉਹ ਦਿਨ ਪੂਰੇ ਹੋਣਗੇ ਬੰਦਾ ਉਸ ਚੀਜ਼ ਨਾਲੋਂ ਟੁੱਟ ਜਾਏਗਾ। ਇਹੀ ਕਾਰਨ ਹੈ ਵੀ ਅਸੀਂ 40 ਦਿਨ ਤੇ ਆਏ, ਪਰ 40 ਦਿਨਾਂ ਤੋਂ ਬਾਅਦ 41ਵੇਂ ਦਿਨ ਅਸੀਂ ਆਪਣੀ ਉਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੀ ਕੋਈ ਨਹੀਂ। ਚਾਹੀਦਾ ਤੇ ਅਸੀਂ 40 ਦਿਨ ਆਉਣ ਤੋਂ ਬਾਅਦ ਮੇਰਾ ਇੱਕ ਨੇਮ ਬਣ ਜਾਏ, ਮੇਰਾ ਇੱਕ ਸੁਭਾਅ ਬਣ ਜਾਏ ਕਿ ਹੁਣ ਮੈਂ ਰੋਜ਼ ਆਪਣੇ ਮਾਲਕ ਦੇ ਦਰ ਤੇ ਨਿਤਾਂ ਪ੍ਰਤੀ ਜਾਣਾ ਹੈ। ਸ਼ਾਇਦ ਇਹ ਇਸੇ ਕਰਕੇ ਸਿਆਣੇ ਸਾਡੇ ਬਜ਼ੁਰਗਾਂ ਵੱਲੋਂ ਚੀਜ਼ਾਂ ਘੜੀਆਂ ਤੇ ਬਣਾਈਆਂ ਗਈਆਂ ਸਨ, ਪਰ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਵਿੱਚ ਸਮਝ ਨਹੀਂ ਸਕੇ। ਸਾਧ ਸੰਗਤ, ਅਸੀਂ ਇਹਨਾਂ ਚੀਜ਼ਾਂ ਨੂੰ ਨਾਮ ਦੇ ਦਿੱਤਾ ਸ਼ਰਧਾ ਦਾ, ਜਿੱਥੇ ਆਪਾਂ ਗੱਲ ਸ਼ੁਰੂ ਕੀਤੀ ਸੀ।
ਪਰ ਕੀ ਅਸੀਂ ਗੁਰੂ ਕੋਲ ਕਦੀ ਪੁੱਛਿਆ ਵੀ ਮੇਰੇ ਸਤਿਗੁਰੂ ਜੀ ਕਿਰਪਾ ਕਰਕੇ ਤੁਸੀਂ ਦੱਸੋ ਵੀ ਮੈਂ ਤੁਹਾਡੇ ਉਪਦੇਸ਼ ਤੇ ਤੁਹਾਡੀ ਬਾਣੀ ਤੇ ਸ਼ਰਧਾ ਬਣਾਈ ਹੈ ਬੜੀ, ਪਰ ਮੈਨੂੰ ਦੱਸੋ ਮੈਂ 40 ਦਿਨ ਨੰਗੇ ਪੈਰ ਆਵਾਂ, ਕਿ ਮੇਰੇ ਸਤਿਗੁਰੂ ਜੀ ਮੇਰੇ ਨੰਗੇ ਪੈਰ ਆਣਾ ਤੁਹਾਨੂੰ ਮਨਜ਼ੂਰ ਹੈ? ਤੇ ਮੇਰੇ ਸਤਿਗੁਰੂ ਜੀ ਅੰਮ੍ਰਿਤ ਬਾਣੀ ਵਿੱਚ ਕਹਿਣਗੇ ਨਹੀਂ। ਤੁਸੀਂ ਕਹੋਗੇ ਵੀ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਕਿੱਥੇ ਕਹੇ? ਮੇਰੇ ਸਾਹਿਬਾਂ ਦੀ ਬਾਣੀ ਪਾਵਨ ਬਾਣੀ ਤੁਸੀਂ ਪੜ੍ਹਦੇ ਹੋ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਤਨ ਨਾ ਤਪਾਏ ਤਨੂਰ ਜਿਉ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਨਿਹਾਲ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਤੂੰ ਗੁਰੂ ਦੇ ਦਰ ਤੇ ਜਾਣਾ, ਆਪਣੇ ਤਨ ਨੂੰ ਦੁੱਖ ਦੇਣਾ, ਸਰੀਰ ਨੂੰ ਤਕਲੀਫ ਦੇਣਾ, ਤਕਲੀਫ ਦੇ ਕੇ ਤੂੰ ਇਹ ਕਹਿਣਾ ਇਸ ਤਕਲੀਫ ਦਿੱਤੀ ਦੇ ਨਾਲ ਮੈਨੂੰ ਆਹ ਚੀਜ਼ ਮਿਲ ਜਾਏ। ਤੇ ਬਾਬਾ ਜੀ ਕਹਿੰਦੇ ਨੇ, ਤਨ ਨੂੰ ਤਪਾ ਨਾ, ਤਨੂਰ ਜਿਉਂਦਾ ਪਾਵੇ ਤੰਦੂਰ ਦੀ ਤਰ੍ਹਾਂ। ਜਿਵੇਂ ਤੰਦੂਰ ਦੇ ਵਿੱਚ ਅੱਗ ਬਾਲੀ ਗਈ ਏ, ਸੇਕ ਦੇ ਨਾਲ ਮਿੱਟੀ ਗਰਮ ਹੁੰਦੀ, ਫਿਰ ਉਹਦੇ ਵਿੱਚ ਰੋਟੀਆਂ ਪਕਾ ਕੇ ਲਾਈ ਗਈਆਂ ਨੇ। ਸਾਹਿਬ ਕਹਿੰਦੇ ਨੇ, ਤਨ ਨੂੰ ਤੰਦੂਰ ਦੀ ਤਰ੍ਹਾਂ ਬਾਲ ਨਾ, ਦੁੱਖ ਨਾ ਦੇ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਨਿਹਾਲ। ਤੇਰੇ ਸਿਰ ਤੋਂ ਲੈ ਕੇ ਪੈਰਾਂ ਤੱਕ ਤੇਰੇ ਸਰੀਰ ਨੇ ਤੇਰਾ ਕੀ ਵਿਗਾੜਿਆ ਹੈ? ਜਿਸ ਤਨ ਨੂੰ ਦੁੱਖ ਦੇ ਰਿਹਾ, ਗੱਲ ਚੇਤੇ ਰੱਖੀ, ਉਹ ਪ੍ਰਮਾਤਮਾ, ਉਹ ਕਰਤਾ ਇਸੇ ਤਨ ਵਿੱਚ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਜੇ ਤੂੰ ਤਨ ਨੂੰ ਦੁੱਖ ਦੇ ਰਿਹਾ ਹੈ, ਇੱਕ ਗੱਲ ਚੇਤੇ ਰੱਖੀ, ਤੂੰ ਫਿਰ ਤਨ ਨੂੰ ਨਹੀਂ, ਤੂੰ ਪ੍ਰਮਾਤਮਾ ਨੂੰ ਹੀ ਦੁੱਖ ਦੇ ਰਿਹਾ ਹੈ। ਹੁਣ ਉਹਨੂੰ ਦੁੱਖ ਦਿੱਤਾ ਨਹੀਂ ਜਾ ਸਕਦਾ, ਉਹ ਤੇ ਸਰਬ ਸੁੱਖਾਂ ਦਾ ਦਾਤਾ ਹੈ। ਪਰ ਸਤਿਗੁਰ ਕਹਿੰਦੇ ਨੇ ਇੱਕ ਐਗਜ਼ਾਮਪਲ ਵੀ, ਜਿਸ ਦਾਤੇ ਨੇ ਸਰੀਰ ਦਿੱਤਾ, ਘੜਿਆ ਹੈ, ਸਾਹਿਬ ਕਹਿੰਦੇ ਨੇ ਉਸ ਦਾਤੇ ਦੇ ਚਰਨਾਂ ਵਿੱਚੋਂ ਕਿਸੇ ਵਸਤੂ ਦੀ ਪ੍ਰਾਪਤੀ ਲਈ ਤਨ ਨੂੰ ਦੁੱਖ ਦੇਵੇ, ਦਾਤਾਰ ਪਿਤਾ ਕਹਿੰਦੇ ਨੇ ਪ੍ਰਮਾਤਮਾ ਨੂੰ ਚੰਗਾ ਨਹੀਂ ਲੱਗਦਾ। ਮੈਂ ਫਿਰ ਵਿਸ਼ੇ ਵੱਲ ਆਵਾਂ ਵੀ ਬਾਣੀ ਅੰਦਰ ਸਤਿਗੁਰ ਨੇ ਬਚਨ ਬੜੇ ਪਿਆਰੇ ਕਹੇ, ਪਰ ਉਹਨੇ ਗੱਲ ਸਮਝੀ ਕਿਵੇਂ ਜਾਏ। ਆਓ ਆਪਾਂ ਸਤਿਗੁਰ ਕੀ ਬਾਣੀ ਵਿੱਚ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ। ਸਾਧ ਸੰਗਤ, ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦਾ ਬਹੁਤ ਪਿਆਰਾ ਸ਼ਬਦ ਹੈ ਸੂਹੀ ਰਾਗ ਦੇ ਅੰਦਰ। ਇਸ ਅੰਮ੍ਰਿਤ ਬਾਣੀ ਦਾ ਸਿਰਲੇਖ ਹੈ ਗੁਣਵੰਤੀ। ਇਹਦੇ ਅੰਦਰ ਸਤਿਗੁਰ ਨੇ ਇੱਕ ਸ਼ਬਦ ਵਿੱਚ ਪਹਿਲਾਂ ਸਤਿਗੁਰ ਨੇ ਕੁਝ ਸਵਾਲ ਸਾਡੇ ਸਾਹਮਣੇ ਰੱਖੇ ਨੇ, ਫਿਰ ਦਾਤਾਰ ਪਿਤਾ ਜੀ ਨੇ ਉਹਨਾਂ ਦੇ ਜਵਾਬ ਦਿੱਤੇ ਨੇ। ਔਰ ਮੈਂ ਅਕਸਰ ਇਹ ਬੇਨਤੀ ਕਰਨਾ ਹੁੰਦਾ ਵੀ ਇਹ ਸਵਾਲ ਮੇਰੇ ਨਹੀਂ ਜਾਂ ਸਤਿਗੁਰਾਂ ਦੇ ਨਹੀਂ, ਇਹ ਸਵਾਲ ਸਾਡੇ ਸਾਰਿਆਂ ਦੇ ਕੋਮਨ ਸਵਾਲ ਨੇ। ਸਾਹਿਬਾਂ ਦਾ ਪਾਵਨ ਬਚਨ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜੋ ਦਿਸੈ ਗੁਰਸਿੱਖੜਾ, ਗੁਰਸਿੱਖੜਾ ਦਾ ਭਾਵੇਂ ਗੁਰੂ ਦੀ ਸਿੱਖਿਆ ਦੇ ਵਿੱਚ ਚੱਲਣ ਵਾਲਾ, ਜਿਹੜਾ ਵੀ ਤੈਨੂੰ ਗੁਰੂ ਦੀ ਸਿੱਖਿਆ ਦੇ ਵਿੱਚ ਚੱਲਣ ਵਾਲਾ ਨਜ਼ਰ ਆਏ, ਬਾਬਾ ਜੀ ਕਹਿੰਦੇ ਨੇ, ਤਿਸ ਨਿਵ ਨਿਵ ਲਾਗੋਂ ਪਾਏ ਜਿਉ। ਮੈਂ ਉਹਦੇ ਨਿਵ ਨਿਵ ਕੇ ਭਾਵ ਨਿਮਰਤਾ ਦੇ ਵਿੱਚ ਮੈਂ ਉਹਦੇ ਚਰਨ ਪਰਸਾਂ, ਉਹਦੇ ਚਰਨਾਂ ਦੀ ਸੇਵਾ ਕਰਾਂ, ਉਹਦੇ ਚਰਨਾਂ ਦੇ ਵਿੱਚ ਝੁਕ ਜਾਵਾਂ। ਹੁਣ ਨਿਵ ਨਿਵ ਲਾਗੇ ਪਾਉ ਜਿਉ, ਪਾਏ ਜਿਉ ਦਾ ਮਤਲਬ ਸਿਰਫ ਪੈਰਾਂ ਨੂੰ ਹੱਥ ਲਾਣਾ, ਨਮਸਕਾਰ ਕਰਨੀ ਨਹੀਂ। ਇਹਦਾ ਮਤਲਬ ਹੈ ਨਿਮਰਤਾ ਵਿੱਚ ਰਹਿ ਕੇ ਸੇਵਾ ਕਰਨੀ। ਪਾਏ ਲੱਗਣ ਦਾ ਮਤਲਬ ਹੁੰਦਾ ਜਿੰਦੇ ਅਸੀਂ ਹੁਕਮ ਨੂੰ ਮੰਨਣੇ, ਉਹਦੀ ਸੇਵਾ ਉਹਦੇ ਚਰਨਾਂ ਵਿੱਚ ਝੁਕਣੇ ਆ। ਵੇਖੋ ਸਾਡੇ ਸਮਾਜ ਦਾ ਨਿਯਮ ਹੈ, ਸਾਡੇ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਨੇ, ਤੇ ਜਦੋਂ ਅਸੀਂ ਆਪਣੇ ਵੱਡਿਆਂ ਨੂੰ, ਬਜ਼ੁਰਗਾਂ ਨੂੰ ਮਿਲਦੇ ਹਾਂ ਤੇ ਅਸੀਂ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਹਾਂ, ਦਾ ਮਤਲਬ ਇਹ ਕਿ ਅਸੀਂ ਤੁਹਾਡੇ ਤੋਂ ਬੜੀ ਨਿਮਰਤਾ ਨਾਲ ਤੁਹਾਡੇ ਚਰਨਾਂ ਵਿੱਚ ਸਿਜਦਾ ਕਰਨੇ ਆ ਵੀ ਤੁਹਾਡੇ ਹੁਕਮ ਨੂੰ ਅਸੀਂ ਕਦੀ ਨਕਾਰਾਂਗੇ ਨਹੀਂ, ਤੁਹਾਡਾ ਹਰ ਬਚਨ ਜਿਹੜਾ ਉਹਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮੈਨੂੰ ਕੋਈ ਗੁਰਸਿੱਖੜਾ ਦਿਸ ਜਾਏ, ਗੁਰੂ ਦੀ ਸਿੱਖਿਆ ਨੂੰ ਮੰਨਣ ਵਾਲਾ ਨਜ਼ਰ ਆ ਜਾਏ, ਮੈਂ ਨਿਮ ਨਿਮ ਉਹਦੇ ਚਰਨਾਂ ਦੇ ਵਿੱਚ ਨਮਸਕਾਰ ਕਰਾਂ, ਆਖਾਂ ਬਿਰਥਾ ਜੀ ਕੀ। ਤੇ ਜਿਹੜੀ ਮੇਰੇ ਅੰਦਰ ਵਿਅਥਾ ਹੈ, ਹਰ ਇੱਕ ਬੰਦੇ ਦੇ ਅੰਦਰ ਹੀ, ਵੇਖੋ ਅਸੀਂ ਗੁਰੂ ਦੇ ਦਰ ਤੇ ਆਏ, ਇਹ ਗੱਲ ਵੱਖਰੀ ਹੈ ਵੀ ਅਸੀਂ ਧਰਮ ਦਾ ਪ੍ਰਯੋਜਨ ਸਿਰਫ ਪਦਾਰਥਾਂ ਦੀ ਪ੍ਰਾਪਤੀ ਬਣਾ ਲਿਆ, ਪਰ ਸਾਹਿਬ ਦੀ ਬਾਣੀ ਕਹਿੰਦੀ ਨਹੀਂ, ਮਾਲਕ ਦੇ ਚਰਨਾਂ ਵਿੱਚ ਅਸੀਂ ਮਾਤਰ ਪਦਾਰਥਾਂ ਦੀ ਪ੍ਰਾਪਤੀ ਲਈ ਨਹੀਂ ਆਏ, ਅਸੀਂ ਕਰਤੇ ਦੀ ਪ੍ਰਾਪਤੀ ਲਈ ਆਏ ਹਾਂ। ਕਿਉਂਕਿ ਜਿੰਦੇ ਘਰ ਵਿੱਚ ਦਾਤਾ ਹੈ, ਉਹਦੇ ਘਰ ਵਿੱਚ ਦਾਤਾਂ ਆਣਗੀਆਂ, ਪਰ ਜਿਹੜਾ ਸਿਰਫ ਦਾਤਾਂ ਨਾਲ ਜੁੜ ਜਾਏ ਉਹ ਦਾਤੇ ਤੋਂ ਮਹਿਰੂਮ ਰਹਿ ਜਾਂਦਾ ਹੈ। ਇਸੇ ਕਰਕੇ ਸਾਹਿਬ ਕਹਿੰਦੇ ਨੇ, ਆਖਾਂ ਬਿਰਥਾ ਜੀ ਕੀ। ਸਤਿਗੁਰੂ, ਮੈਂ ਆਪਣੇ ਅੰਦਰ ਦੀ ਵਿਅਥਾ ਉਹਦੇ ਸਾਹਮਣੇ ਰੱਖਾਂ, ਜਿਹੜਾ ਗੁਰਸਿੱਖ ਮੈਨੂੰ ਨਜ਼ਰ ਆਏ, ਜਿੰਦੇ ਚਰਨਾਂ ਵਿੱਚ ਨਿਮਰਤਾ ਨਾਲ ਮੈਂ ਨਮਸਕਾਰ ਕਰਾਂ,
ਉਹਦੇ ਚਰਨਾਂ ਵਿੱਚ ਆਪਣੇ ਅੰਦਰ ਦੀ ਵਿਅਥਾ ਬਿਆਨ ਕਰਾਂ। ਤੇ ਨਾਲ ਕਹਿੰਦੇ ਨੇ ਗੁਰ ਸੱਜਣ ਦੇ ਮਿਲਾਏ ਜਿਉ, ਕੀ ਆਖਾਂ ਨੂੰ ਉਹਨੂੰ ਮੈਂ ਆਪਣੀ ਜ਼ੁਬਾਨ ਤੋਂ ਰਸਨਾ ਤੋਂ ਇਹ ਆਖਾਂ ਵੀ ਮੈਂ ਜਿਸ ਮਾਲਕ ਸੱਜਣ ਪ੍ਰਮਾਤਮਾ ਨਾਲ ਮਿਲਣਾ ਹੈ, ਜਿਹਨੂੰ ਮਿਲਣ ਦੀ ਮੇਰੇ ਅੰਦਰ ਤਾਂਘ, ਮੈਨੂੰ ਨਹੀਂ ਪਤਾ ਉਹਨੂੰ ਕਿਵੇਂ ਮਿਲਿਆ ਜਾਏ, ਮੈਂ ਉਹਨੂੰ ਮਿਲਣ ਦੀ ਜੁਗਤ ਨਹੀਂ ਜਾਣਦਾ, ਪਰ ਕਿਰਪਾ ਕਰੋ ਤੁਸੀਂ ਗੁਰਸਿੱਖ ਗੁਰੂ ਦੀ ਸਿੱਖਿਆ ਵਿੱਚ ਜੁੜੇ ਹੋਏ ਹੋ, ਮੈਨੂੰ ਉਸ ਮਾਲਕ ਨਾਲ ਮਿਲਣ ਦੀ ਜੁਗਤ ਦੱਸ ਦਿਓ ਵੀ ਕਿਵੇਂ ਮਿਲਿਆ ਜਾਏ। ਹੁਣ ਸਤਿਗੁਰੂ ਜੀ ਕਹਿੰਦੇ ਨੇ ਸੋਈ ਦਸ ਉਪਦੇਸ਼ੜਾ, ਮੈਨੂੰ ਉਹ ਉਪਦੇਸ਼ ਦੱਸ ਦਿਓ। ਮੇਰਾ ਮਨ ਅਨੰਤ ਨਾ ਕਾਹੂ ਜਾਏ ਜਿਉ, ਮੇਰਾ ਮਨ ਉਸ ਕਰਤੇ ਦੇ ਉਪਦੇਸ਼ ਤੋਂ ਬਿਨਾਂ ਕਿਸੇ ਹੋਰ ਪਾਸੇ ਨਾ ਭਟਕੇ। ਬੜੀ ਡੂੰਘੀ ਗੱਲ ਹੈ ਸਾਧ ਸੰਗਤ ਇਸ ਪੰਕਤੀ ਦੇ ਅੰਦਰ। ਅਕਸਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਵੀ ਆਨੇ ਆ, ਤੇ ਸੱਚ ਗੱਲ ਹੈ ਗੁਰਮੁਖੋ, ਮੇਰੇ ਵਰਗੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠ ਕੇ ਗੁਰੂ ਦਾ ਉਪਦੇਸ਼ ਕਰਨ ਵਾਲੇ, ਤੁਸੀਂ ਉਹਨਾਂ ਦੇ ਹੱਥ ਵਿੱਚ ਵੀ ਨਗ ਮੁੰਦਰੀਆਂ ਤੇ ਧਾਗੇ ਦੇਖੋਗੇ। ਇਹ ਨਗ ਮੁੰਦਰੀਆਂ ਤੇ ਧਾਗੇ ਉਹਨਾਂ ਦੇ ਹੱਥਾਂ ਵਿੱਚੋਂ ਇਸ ਗੱਲ ਦੀ ਪੁਕਾਰ ਕਰ ਰਹੇ ਨੇ ਸੰਗਤ ਦੇ ਵਿੱਚ ਕਿ ਗੁਰੂ ਕੀ ਸੰਗਤ, ਇਹਨਾਂ ਲੋਕਾਂ ਦੀ ਗੱਲ ਨਾ ਮੰਨੋ, ਇਹਨਾਂ ਦਾ ਭਰੋਸਾ ਆਪਣੇ ਗੁਰੂ ਤੇ ਨਹੀਂ, ਇਹਨਾਂ ਦਾ ਭਰੋਸਾ ਅਜੇ ਵੀ ਨਗ ਮੁੰਦਰੀਆਂ ਤੇ ਧਾਗੇ ਤਵੀਤਾਂ ਤੇ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਮੈਨੂੰ ਉਹ ਉਪਦੇਸ਼ ਦੇ, ਹੇ ਗੁਰੂ ਕੇ ਸਿੱਖਾ, ਕਿ ਮੇਰਾ ਮਨ ਕਿਸੇ ਹੋਰ ਪਾਸੇ ਨਾ ਭਟਕੇ, ਮੇਰਾ ਮਨ ਕਿਸੇ ਹੋਰ ਪਾਸੇ ਨਾ ਜਾਏ। ਔਰ ਇਹ ਤਾਂ ਹੁੰਦਾ ਹੈ ਸਾਧ ਸੰਗਤ ਜੇ ਗੁਰੂ ਦਾ ਉਪਦੇਸ਼ ਅੰਦਰ ਦ੍ਰਿੜ ਹੋ ਜਾਏ। ਜਿੰਨੀ ਦੇਰ ਤੱਕ ਸਤਿਗੁਰ ਦਾ ਉਪਦੇਸ਼ ਦ੍ਰਿੜ ਨਹੀਂ, ਮੈਂ ਬੇਨਤੀ ਕਰਦੇ ਹਾਂ ਉਨੀ ਦੇਰ ਤੱਕ ਇਹ ਨਹੀਂ ਸੰਭਵ। ਪਾਤਸ਼ਾਹ ਕਹਿੰਦੇ ਨੇ ਮੇਰਾ ਮਨ ਅਨੰਤ ਨਾ ਕਾਹੂ ਜਾਏ ਜਿਉ, ਇਹ ਮਨ ਤੈਂ ਕੂ ਦੇਵਸਾ। ਪਾਤਸ਼ਾਹ ਕਹਿੰਦੇ ਨੇ ਇਹ ਮਨ ਮੈਂ ਤੇਰੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ। ਗੱਲ ਇਹ ਮਨ ਦਿੱਤਿਆਂ ਤੋਂ ਬਿਨਾਂ ਤੇ ਗੱਲ ਨਹੀਂ ਬਣਦੀ। ਤਨ ਦੀ ਹਜ਼ੂਰੀ ਉਦਨ ਪ੍ਰਵਾਨ ਹੁੰਦੀ ਹੈ ਜਿਦਨ ਮਨ ਹਾਜ਼ਰ ਹੁੰਦਾ ਹੈ। ਜੇ ਮਨ ਹਾਜ਼ਰ ਨਹੀਂ ਤੇ ਸੱਚ ਜਾਣਿਓ ਤਨ ਦੀ ਹਜ਼ੂਰੀ ਵੀ ਪ੍ਰਵਾਨ ਨਹੀਂ। ਸਤਿਗੁਰ ਕੀ ਅੰਮ੍ਰਿਤ ਬਾਣੀ ਦਾ ਇੱਕ ਬਚਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਗਰ ਕੋਈ ਮਨੁੱਖ ਆਪਣੇ ਸਤਿਗੁਰ ਦੇ ਚਰਨਾਂ ਦੇ ਵਿੱਚ ਰੋਜ਼ ਦਾ 10, 15, 20 ਵਾਰ ਵੀ ਗੇੜੇ ਲਾ ਲਏ, ਉਹਦੇ ਲਾਏ 20 ਗੇੜੇ ਵੀ ਪ੍ਰਵਾਨ ਨਹੀਂ ਜੇ ਉਹਦਾ ਆਪਣੇ ਸਤਿਗੁਰ ਦੇ ਉਪਦੇਸ਼ ਤੇ ਭਰੋਸਾ ਨਹੀਂ ਬਣਿਆ। ਸਤਿਗੁਰ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗੋ ਭਾਉ। ਪਾਤਸ਼ਾਹ ਕਹਿੰਦੇ ਨੇ ਉਸ ਨੂੰ ਸੁਖ ਨਾ ਉਪਜੇ, ਭਾਵੇਂ 100 ਗੇੜਾ ਆਵੋ ਜਾਓ, ਦਿਨ ਵਿੱਚ 100 ਗੇੜੇ ਵੀ ਲਾ ਲਏ, ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਉਹਦੇ ਜੀਵਨ ਵਿੱਚ ਆਤਮਿਕ ਸੁਖ ਨਹੀਂ ਪੈਦਾ ਹੋ ਸਕਦਾ। ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਹੜੇ ਬਚਨ ਕੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ, ਪਾਤਸ਼ਾਹ ਕਹਿੰਦੇ ਨੇ ਮੇਰਾ ਮਨ ਅਨੰਤ ਨਾ ਕਾਹੂ ਜਾਏ ਜਿਉ, ਇਹ ਮਨ ਤੈ ਕੂ ਦੇਵਸਾ। ਇਹ ਮਨ ਮੈਂ ਤੇਰੇ ਚਰਨਾਂ ਵਿੱਚ ਗੁਰਸਿੱਖ ਪਿਆਰੇ ਅਰਪਣ ਕਰ ਦਿੱਤਾ ਹੈ। ਮੈਂ ਮਾਰਗ ਦੇਹੋ ਬਤਾਏ ਜਿਉ, ਮੈਨੂੰ ਮੇਰੇ ਕਰਤੇ ਮਾਲਕ ਸੱਚੇ ਸਤਿਗੁਰ ਦਾ ਮਾਰਗ ਦੱਸ ਦੇ ਵੀ ਉਹਦੇ ਨਾਲ ਮੈਂ ਮਿਲਾਂ ਕਿਵੇਂ, ਉਹ ਕਿਹੜੀ ਜੁਗਤ ਤੇ ਜਿਸ ਜੁਗਤ ਨਾਲ ਉਹਦੇ ਨਾਲ ਮਿਲਿਆ ਜਾਏ, ਮੈਨੂੰ ਉਹ ਉਪਦੇਸ਼ ਦੇ। ਤੇ ਨਾਲ ਬਚਨ ਕਿਹਾ ਹੋ ਆਇਆ ਦੂਰੋਂ ਚੱਲ ਕੇ, ਮੈਂ ਬੜੀ ਦੂਰ ਤੋਂ ਚੱਲ ਕੇ। ਦੂਰ ਤੋਂ ਚੱਲਣ ਦਾ ਮਤਲਬ ਫਿਜ਼ੀਕਲੀ ਪੈਂਡਾ ਤੈਅ ਕਰਨਾ ਨਹੀਂ। ਸਾਧ ਸੰਗਤ ਅਸੀਂ ਜਿੰਨੇ ਆ ਸੰਸਾਰ ਵਿੱਚ, ਅਸੀਂ ਸਭ ਪਤਾ ਨਹੀਂ ਕਿੰਨੀ ਦੂਰੋਂ ਚੱਲ ਕੇ ਆਏ ਹਾਂ। ਤੁਸੀਂ ਆਖੋ ਕਿ ਫਿਜ਼ੀਕਲੀ ਤੇ ਮੇਰਾ ਘਰ ਇੱਥੋਂ 4 ਕਦਮ ਦੀ ਦੂਰੀ ਤੇ ਹੈ, 10 ਕਦਮ ਦੀ ਦੂਰੀ ਤੇ ਨਹੀਂ। ਫਿਜ਼ੀਕਲੀ ਚੱਲਣਾ ਨਹੀਂ ਹੋ, ਸੱਚ ਇਹੀ ਹੈ। ਫਿਜ਼ੀਕਲੀ ਚੱਲਣਾ ਵੀ ਉਦਨ ਪੂਰਨ ਹੋਏਗਾ ਜਿਦਨ ਮੈਂਟਲੀ ਗੁਰੂ ਦੇ ਬਚਨਾਂ ਨੂੰ ਪ੍ਰਿਪੇਅਰ ਕਰ ਲਵਾਂਗੇ, ਜਿਦਨ ਆਤਮਿਕ ਤੌਰ ਤੇ ਗੁਰੂ ਨਾਲ ਜੁੜ ਜਾਵਾਂਗੇ। ਨਹੀਂ ਤੇ 10 ਕਦਮਾਂ ਵੀ ਦੂਰੀ ਵੀ ਸਾਰੀ ਜ਼ਿੰਦਗੀ ਵੀ ਮਨੁੱਖ ਕਦੀ ਤੈਅ ਨਹੀਂ ਕਰ ਸਕਦਾ। ਸਰੀਰ ਕਰਕੇ ਰੋਜ਼ ਤੈਅ ਕਰਕੇ ਆਉਂਦਾ ਹੈ, ਪਰ ਮਨ ਕਰਕੇ 10 ਕਦਮਾਂ ਦੀ ਦੂਰੀ ਕਈ ਵਾਰੀ ਸਾਰੀ ਜ਼ਿੰਦਗੀ ਵੀ ਲੱਗ ਜਾਂਦੀ, ਉਹ ਤੈਅ ਨਹੀਂ ਹੁੰਦੀ। ਇਹੀ ਕਾਰਨ ਹੈ ਗੁਰਮੁਖੋ ਸਾਡੇ ਘਰ ਦੇ ਗੁਰਦੁਆਰੇ ਦੀ ਕੰਧ ਸਾਂਝੀ ਹੁੰਦੀ ਹੈ, ਅਸੀਂ ਕਦੀ ਉਸ ਗੁਰਦੁਆਰੇ ਦੇ ਅੰਦਰ ਆਪਣਾ ਸੀਸ ਝੁਕਾ ਨਹੀਂ ਗਏ। ਕਦੀ ਮਹੀਨੇ ਗੁਰਪੁਰਬ ਵਾਲੇ ਦਿਨ ਚਲੇ ਜਾਂਦੇ ਹਾਂ, ਪਰ ਅਸੀਂ ਬੜੇ ਫਕਰ ਨਾਲ ਇਹ ਗੱਲ ਕਹਿੰਦੇ ਹਾਂ ਕਿ ਗੁਰੂ ਕੇ ਪਿਆਰ ਵਾਲਿਓ, ਮੈਂ ਆਪਣੇ ਘਰ ਤੋਂ ਇੰਨੀ ਦੂਰ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਇਹਨਾਂ ਗੁਰਦੁਆਰਿਆਂ ਵਿੱਚ ਮੈਂ ਰੋਜ਼ ਜਾਣਾ, ਨਿਤਾਂ ਪ੍ਰਤੀ ਮੇਰਾ ਨੇਮ ਹੈ। ਮੇਰੇ ਸਾਹਿਬ ਕਹਿੰਦੇ ਨੇ ਗੱਲ ਚੇਤੇ ਰੱਖ, ਤੇਰੇ ਘਰ ਦੇ ਨਾਲ ਗੁਰਦੁਆਰੇ ਦੀ ਕੰਧ ਸਾਂਝੀ ਹੈ। ਜਿਹੜਾ ਗੁਰੂ ਇੱਥੇ ਉਹ ਤੇਰੇ ਘਰ ਦੀ ਸਾਂਝੀ ਕੰਧ ਦੇ ਨਾਲ ਬਣੇ ਗੁਰਦੁਆਰੇ ਵਿੱਚ ਵੀ ਹੈ। ਜੇ ਤੂੰ ਉੱਥੇ ਆਪਣੇ ਸਤਿਗੁਰ ਦੇ ਚਰਨਾਂ ਵਿੱਚ ਭਾਵਨਾ ਨਹੀਂ ਵਿਅਕਤ ਕਰ ਸਕਿਆ ਤੇ ਇੰਨੀ ਜ਼ਿੰਦਗੀ ਇੰਨਾ ਲੰਮਾ ਪੈਂਡਾ ਤੈਅ ਕੀਤਿਆਂ ਵੀ ਤੈਨੂੰ ਕਦੀ ਗੁਰੂ ਨਾਲ ਨਹੀਂ ਜੋੜ ਸਕਦਾ। ਗੱਲ ਤੇ ਸਿਰਫ ਸੁਰਤ ਕਰਕੇ ਗੁਰੂ ਨਾਲ ਜੁੜਨ ਦੀ ਏ।
ਤਾਂ ਹੀ ਸਤਿਗੁਰੂ ਜੀ ਬਚਨ ਕਹਿ ਰਹੇ ਨੇ, ਹੋ ਆਇਆ ਦੂਰੋਂ ਚੱਲ ਕੇ। ਪਾਤਸ਼ਾਹ ਜੀ ਦੇ ਬਚਨ ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਦੇ ਹੋ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਏ ਦੇ ਸੰਜਰੀਆ। ਸਤਿਗੁਰ ਕਿੰਨੇ ਸਾਲ ਹੋ ਗਏ ਨੇ, ਕਿੰਨੇ ਜਨਮ ਹੋ ਗਏ ਨੇ, ਕਿੰਨਾ ਸਮਾਂ ਹੋ ਗਿਆ ਹੈ। ਸਤਿਗੁਰ ਨੇ ਕਈ ਜਨਮਾਂ ਦੀ ਗੱਲ ਕੀਤੀ ਹੈ। ਇਹਨੂੰ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਹੋ ਆਇਆ ਦੂਰੋਂ ਚੱਲ ਕੇ। ਇਹਨੂੰ ਬਾਬਾ ਰਵਿਦਾਸ ਜੀ ਕਹਿੰਦੇ ਨੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਸਤਿਗੁਰ ਇਹ ਜਨਮ ਤੇਰੇ ਚਰਨਾਂ ਵਿੱਚ ਅਰਪਣ ਹੈ। ਤੇ ਪਾਤਸ਼ਾਹ ਕਹਿੰਦੇ ਨੇ, ਹੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜਿਉ। ਸਤਿਗੁਰੂ ਮੈਂ ਤੇਰੀ ਸ਼ਰਨ ਤੱਕੀਏ, ਮੈਂ ਆਸਾ ਰੱਖੀ ਚਿੱਤ ਮੈਂ, ਮੇਰੇ ਮਨ ਵਿੱਚ ਤੇਰੀ ਆਸ ਹੈ, ਤੇਰੇ ਤੋਂ ਬਿਨਾਂ ਕਿਸੇ ਹੋਰ ਦੀ ਨਹੀਂ। ਗੁਰਮੁਖੋ ਬੜਾ ਔਖਾ ਹੈ ਐਸਾ ਭਰੋਸਾ ਬਣਾਉਣਾ। ਬੰਦਾ ਬੜੇ ਯਕੀਨ ਨਾਲ ਕਹਿ ਦੇ ਵੀ ਸਤਿਗੁਰ ਮੈਨੂੰ ਤੇਰੇ ਚਰਨਾਂ ਤੇ ਅਕੀਦਾ ਹੈ, ਕਿਸੇ ਹੋਰ ਤੇ ਨਹੀਂ। ਬਹੁਤ ਔਖਾ ਹੈ। ਨਹੀਂ ਤੇ ਬੰਦੇ ਨੂੰ ਜਿੰਨੀ ਦੇਰ ਤੱਕ ਮਿਲਦਾ ਹੈ ਸਿਜਦੇ ਕਰਦਾ ਹੈ, ਜਿੱਦਣ ਮਿਲਣਾ ਬੰਦ ਹੋ ਜਾਂਦਾ ਹੈ। ਸਾਚਿਆ ਸੀ ਦੁਨਿਆਵੀ ਲੋਕ ਉਹ ਦਿਨ ਗੁਰੂ ਹੀ ਬਦਲ ਲੈਂਦੇ ਆ, ਗੁਰੂ ਦੇ ਦਰ ਬਦਲ ਲੈਂਦੇ ਆ, ਥਾਵਾਂ ਬਦਲ ਲੈਂਦੇ ਆ, ਨਾਂ ਬਦਲ ਲੈਂਦੇ ਆ, ਧਰਮ ਬਦਲ ਲੈਂਦੇ ਆ, ਕਿੰਨਾ ਕੁਝ। ਮੇਰੇ ਸਾਹਿਬ ਕਹਿੰਦੇ ਨੇ, ਨਹੀਂ ਭਲਿਆ ਜੇ ਸੱਚ ਵਿੱਚ ਗੁਰੂ ਨੂੰ ਪ੍ਰਣਾਇਆ ਤੇ ਆਸ ਰੱਖ ਸਤਿਗੁਰ ਦੇ ਚਰਨਾਂ ਵਿੱਚ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਉ। ਕਿ ਮੇਰੇ ਸਤਿਗੁਰੂ ਮੇਰਾ ਸਭ ਦੁੱਖ ਜਿਹੜਾ ਤੇਰੇ ਚਰਨਾਂ ਵਿੱਚੋਂ ਹੀ ਜਾਣਾ ਹੈ। ਜਿੱਦਨ ਭਰੋਸਾ ਬਣ ਗਿਆ ਨਾ ਗੁਰਮੁਖੋ, ਸੱਚੇ ਉਦਨ ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਬੰਦੇ ਨੂੰ ਕਿਸੇ ਥਾਂ ਤੋਂ ਡੁਲਾ ਸਕੇ। ਜਿੱਦਨ ਭਰੋਸਾ ਬਣ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਜਾਨੀ ਸ਼ਾਹ ਆਇਆ। ਮੈਂ ਸਿਰਫ ਟੂਕ ਮਾਤਰ ਬੇਨਤੀ ਕਰਨੀ ਹੈ, ਸਾਖੀਆਂ ਬਹੁਤ ਵਾਰੀ ਸੁਣਦੇ ਹੋ, ਪਰ ਮੇਰਾ ਮਕਸਦ ਸਿਰਫ ਬਾਣੀ ਨੂੰ ਸੰਗਤ ਤੱਕ ਪਹੁੰਚਾਉਣਾ ਹੈ। ਬਾਣੀ ਨੂੰ ਸਮਝੀਏ, ਸਤਿਗੁਰ ਦੀ ਅੰਮ੍ਰਿਤ ਬਚਨਾਂ ਨੂੰ। ਜਾਨੀ ਸ਼ਾਹ ਆਇਆ, ਕਿਸੇ ਨੇ ਸਿਰਫ ਇੱਕ ਗੱਲ ਕਹਿ ਦਿੱਤੀ, ਨਾਂ ਤੇ ਜਾਨੀ ਸ਼ਾਹ ਰੱਖਿਆ ਹੀ, ਸੱਚ ਵਿੱਚ ਜਾਨੀ ਨਾਲ ਜੁੜਿਆ ਵੀ ਹੈ। ਤੇ ਉਹਨੇ ਆਖਿਆ ਵੀ ਨਹੀਂ, ਯਤਨ ਬੜੇ ਕਰ ਰਿਹਾ ਪਰ ਜੁੜਿਆ ਕੋਈ ਨਹੀਂ, ਕਿਵੇਂ ਜੁੜਾ? ਉਹਨੇ ਆਖਿਆ ਜੇ ਸੱਚ ਵਿੱਚ ਜੁੜਨਾ ਹੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਚਲਾ ਜਾ। ਇਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਚਲਾ ਗਿਆ। ਮਹਿਲਾਂ ਦੇ ਬਾਹਰ ਸਤਿਗੁਰ ਕੇ ਦਰਬਾਰ ਦੇ ਬਾਹਰ ਖੜਾ ਹੈ, ਇੱਕੋ ਹੀ ਪੁਕਾਰ ਕਰ ਰਿਹਾ, ਜਾਨੀ ਕੋ ਜਾਨੀ ਸੇ ਮਿਲਾ ਦੋ। ਭਾਵ ਮੈਂ ਜਾਨੀ ਸ਼ਾਹ ਹਾਂ, ਮੈਨੂੰ ਮੇਰੇ ਜਾਨੀ ਭਾਵ ਮੇਰੇ ਜਾਨ ਦੇ ਪ੍ਰੀਤਮ ਮਾਲਕ ਹਰਗੋਬਿੰਦ ਸਾਹਿਬ ਨਾਲ ਕੋਈ ਮਿਲਾ ਦਿਓ। ਸਿੱਖਾਂ ਨੇ ਬੇਨਤੀ ਕੀਤੀ ਵੀ ਸਤਿਗੁਰ ਬਾਹਰ ਕੋਈ ਫਕੀਰ ਖੜਾ ਹੈ, ਉਹ ਇੱਕੋ ਹੀ ਰੱਟ ਲਾ ਰਿਹਾ ਵੀ ਜਾਨੀ ਕੋ ਜਾਨੀ ਸੇ ਮਿਲਾ ਦੋ, ਪਰ ਸਤਿਗੁਰ ਜੀ ਮਿਲਣਾ ਚਾਹੁੰਦਾ ਹੈ। ਉਹਦੇ ਸ਼ਬਦਾਂ ਤੋਂ ਪ੍ਰਤੀਤ ਹੁੰਦਾ ਵੀ ਤੁਹਾਨੂੰ ਮਿਲਣਾ ਚਾਹੁੰਦਾ ਹੈ, ਪਰ ਸਤਿਗੁਰ ਜੀ ਤੁਹਾਡਾ ਹੁਕਮ ਹੋਵੇ ਤੇ ਉਹਨੂੰ ਲੈ ਆਈਏ। ਸਤਿਗੁਰ ਕਹਿਣ ਲੱਗੇ, ਨਹੀਂ, ਉਹਨੂੰ ਅਜੇ ਖੜਾ ਰਹਿਣ ਦਿਓ। ਦਿਨ ਲੰਘ ਗਿਆ, ਰਾਤ ਲੰਘ ਗਈ, ਅਗਲੇ ਦਿਨ ਉੱਥੇ ਹੀ ਖੜਾ ਹੈ। ਸਾਹਿਬ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ। ਸਿੱਖਾਂ ਨੇ ਫਿਰ ਕਿਹਾ, ਸਤਿਗੁਰ ਕੱਲ ਦਾ ਇੱਕੋ ਥਾਂ ਤੇ ਖੜਾ ਹੈ, ਸੁੱਤਾ ਵੀ ਨਹੀਂ ਸਾਰੀ ਰਾਤ, ਦਾਤਾਰ ਪਿਤਾ ਜੀ ਕਿਰਪਾ ਕਰੋ। ਤੇ ਸਾਹਿਬ ਨੇ ਉਹਨਾਂ ਨੂੰ ਆਖਿਆ, ਸਿੱਖਾਂ ਨੂੰ ਵੀ ਜਾਓ, ਉਹਨੂੰ ਕਹੋ ਵੀ ਜੇ ਸੱਚ ਵਿੱਚ ਜਾਨੀ ਨੂੰ ਮਿਲਣਾ ਹੈ ਤੇ ਇੱਕ ਕੰਮ ਕਰ, ਆ ਥੋੜੀ ਦੂਰ ਇੱਕ ਨਦੀ ਹੈ, ਉਸ ਨਦੀ ਦੇ ਵਿੱਚ ਛਾਲ ਮਾਰ ਦੇ, ਤੈਨੂੰ ਜਾਨੀ ਮਿਲ ਜਾਏਗਾ। ਸਿੱਖਾਂ ਨੇ ਜਾ ਕੇ ਕਹਿ ਦਿੱਤਾ, ਇਹ ਜਿਸ ਪਾਸੇ ਨਦੀ ਸੀ ਤੁਰ ਪਿਆ। ਸਿੱਖ ਆ ਕੇ ਕਹਿੰਦੇ, ਸਤਿਗੁਰੂ ਜੀ ਜੋ ਬਚਨ ਤੁਸੀਂ ਕਹੇ ਅਸੀਂ ਕਹਿ ਦਿੱਤੇ ਹੋ। ਤੇ ਸੁਣਦਿਆਂ ਨਦੀ ਵੱਲ ਟੁਰ ਪਿਆ ਹੈ। ਦਾਤਾਰ ਪਿਤਾ ਨਦੀ ਵਿੱਚ ਡੁੱਬ ਕੇ ਮਰ ਜਾਏਗਾ, ਤੁਹਾਡੀ ਦਰਸ਼ਨਾਂ ਦੀ ਤਾਂਘ ਲੈ ਕੇ ਆਇਆ। ਸਾਹਿਬ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਏ, ਨਦੀ ਦੇ ਕਿਨਾਰੇ ਤੇ ਪਹੁੰਚ ਗਿਆ ਸੀ। ਸਾਹਿਬ ਨੇ ਅੱਗੋਂ ਹੋ ਕੇ ਇਹਨੂੰ ਗਲਵਕੜੀ ਵਿੱਚ ਲਿਆ, ਕਹਿਣ ਲੱਗੇ, ਜਾਨੀ ਨਾਲ ਮਿਲਣਾ ਹੈ, ਜਿਸ ਜਾਨੀ ਨਾਲ ਮਿਲਣਾ ਉਹ ਤੇਰੇ ਕੋਲੋਂ ਆ ਗਿਆ ਹੈ। ਮੇਰਾ ਸਤਿਗੁਰ ਬੜਾ ਬਖਸ਼ਿੰਦੇ, ਕੋਈ ਆਸ ਰੱਖ ਕੇ ਚੱਲੇ ਤੇ ਸਹੀ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਉ। ਤੇ ਹੁਣ ਸਾਹਿਬ ਕਹਿੰਦੇ ਨੇ, ਆ ਮੈਂ ਤੈਨੂੰ ਦੱਸਾਂ ਕਿਵੇਂ ਮਿਲਿਆ ਜਾਂਦਾ ਹੈ। ਸਾਹਿਬ ਕਹਿੰਦੇ ਨੇ, ਇਤ ਮਾਰਗ ਚੱਲੇ ਭਾਈ ਅੜੇ। ਆ ਜਿਹੜਾ ਮਾਰਗ ਹੈ ਨਾ ਸਤਿਗੁਰੂ ਗੁਰੂ ਦੇ ਉਪਦੇਸ਼ ਨੂੰ ਕਮਾਉਣ ਵਾਲਾ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸੁਕਾਰ ਕਮਾਏ। ਜਿਹੜਾ ਤੈਨੂੰ ਗੁਰੂ ਕਹਿੰਦਾ ਉਹਨਾਂ ਬਚਨਾਂ ਨੂੰ ਸਤ ਕਰਕੇ ਮੰਨ ਲੈ। ਬੜਾ ਔਖਾ ਹੈ ਗੁਰਮੁਖੋ, ਗੁਰੂ ਦੇ ਉਪਦੇਸ਼ ਨੂੰ ਸਤ ਕਰਕੇ ਮੰਨਣ ਦੇ ਲਈ ਪਹਿਲਾਂ ਗੁਰੂ ਦੇ ਉਪਦੇਸ਼ ਦੀ ਸਮਝ ਹੋਣੀ ਜ਼ਰੂਰੀ ਹੈ। ਤੇ ਗੁਰੂ ਦੇ ਉਪਦੇਸ਼ ਨੂੰ ਤਾਂ ਸਮਝ ਸਕਾਂਗੇ ਜੇ ਗੁਰਬਾਣੀ ਅਸੀਂ ਆਪ ਪੜਾਂਗੇ। ਅਸੀਂ ਗੁਰਮੁਖੋ ਦੂਜਿਆਂ ਤੇ ਡਿਪੈਂਡ ਹੋ ਗਏ। ਸੱਚ ਹੈ, ਕੋਈ ਮੇਰੇ ਵਰਗਾ ਮੂਰਖ ਬੰਦਾ
ਉਹ ਹੋ ਸਕਦਾ ਹੈ ਆਪਣੇ ਮਤਲਬ ਲਈ ਤੁਹਾਨੂੰ ਕਿਸੇ ਹੋਰ ਪਾਸੇ ਤੋਰੀ ਜਾਏ, ਆਪਣੇ ਮਤਲਬ ਲਈ, ਆਪਣੇ ਮਤਲਬ ਨੂੰ ਸਿੱਧ ਕਰਨ ਲਈ ਉਹ ਕੁਝ ਵੀ ਕਰੀ ਜਾਏ। ਨਹੀਂ, ਆਪ ਗੁਰੂ ਦੇ ਉਪਦੇਸ਼ ਨੂੰ ਪੜ੍ਹੀਏ, ਸਮਝੀਏ ਤੇ ਦ੍ਰਿੜ ਕਰੀਏ। ਜਿੱਦਣ ਆਪ ਪੜਾਂਗੇ, ਸੁਣਾਂਗੇ, ਦ੍ਰਿੜ ਕਰਾਂਗੇ, ਉਦਣ ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਸਾਨੂੰ ਦੁੱਖ ਦੇ ਸਕੇ। ਪਾਤਸ਼ਾਹ ਕਹਿੰਦੇ ਨੇ, ਗੁਰ ਕਹੈ ਸੋ ਕਾਰ ਕਮਾਏ, ਜਿਉ ਤਿਆਗੇ ਮਨ ਕੀ ਮਤੜੀ। ਆਪਣੇ ਮਨ ਦੀ ਮਤ ਛੱਡ, ਮਨ ਦੀ ਮਤ ਦਾ ਤਿਆਗ ਕਰ, ਵਿਸਾਰੇ ਦੂਜਾ ਭਾਉ ਜਿਉ, ਤੇ ਆਪਣੇ ਅੰਦਰੋਂ ਦੁਬਿਧਾ ਨੂੰ, ਡੁਐਲਿਟੀ ਨੂੰ, ਦੂਜੇ ਭਾਉ ਨੂੰ ਖਤਮ ਕਰ ਦੇ। ਸੱਚ ਵਿੱਚ ਆ ਦੂਜਾ ਭਾਉ ਏ ਜਿਹੜਾ ਕਦੀ ਗੁਰੂ ਤੇ ਭਰੋਸਾ ਨਹੀਂ ਬਣਨ ਦਿੰਦਾ। ਗੁਰੂ ਦੀ ਸ਼ਰਨ ਵਿੱਚ ਆ ਕੇ ਅਰਦਾਸ ਕਰਦਾ ਹੈ ਮੇਰੇ ਵਰਗਾ, ਤੇ ਅਰਦਾਸ ਕਰਕੇ ਕਹਿੰਦਾ ਸਤਿਗੁਰ ਕਿਰਪਾ ਕਰੋ ਮੈਨੂੰ ਆਹ ਮਿਲ ਜਾਏ। ਅਰਦਾਸ ਕਰਨ ਤੋਂ ਬਾਅਦ ਬਾਹਰ ਨਿਕਲਦਿਆਂ ਫਿਰ ਅੰਦਰੋਂ ਭਰੋਸਾ ਡੋਲ ਜਾਂਦਾ ਹੈ। ਫਿਰ ਦੁਨੀਆ ਦੀ, ਲੋਕਾਂ ਦੀ ਚਰਨਾਂ ਦੇ ਅੰਦਰ ਝੁਕ ਝੁਕ ਕੇ ਉਹਨਾਂ ਦੇ ਕੋਲੋਂ ਹੀ ਉਹ ਦਾਤਾ ਮੰਗੀ ਜਾਂਦਾ ਹੈ। ਬੜਾ ਔਖਾ ਹੈ ਇਸ ਭਾਵ ਨੂੰ ਮਨ ਵਿੱਚ ਟਿਕਾਣਾ ਵੀ ਜੋ ਕੁਝ ਹੈ ਮੇਰੇ ਮਾਲਕ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ। ਕਿੰਨੇ ਭਰੋਸੇ ਦੀ ਗੱਲ ਹੈ। ਸਤਿਗੁਰ ਕੀ ਤੇਰੇ ਘਰ ਵਿੱਚ ਨਹੀਂ ਸਭ ਕੁਝ ਹੈ, ਪਰ ਆ ਗੱਲ ਅੰਦਰ ਪਰਪੱਕ ਹੋ ਜਾਏ, ਇਹਦੇ ਲਈ ਭਰੋਸਾ ਚਾਹੀਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਵਿਸਾਰੇ ਦੂਜਾ ਭਾਉ ਜਿਉ, ਇਉ ਪਾਵੇ ਹਰ ਦਰਸਾਵੜਾ। ਬਸ ਆ ਜੁਗਤੇ ਸਾਧ ਸੰਗਤ ਕੀ ਪ੍ਰਮਾਤਮਾ ਦੇ ਦਰਸ਼ਨ ਤੈਨੂੰ ਹੋ ਜਾਣਗੇ। ਨਹਿ ਲੱਗੈ ਤਤੀ ਵਾਉ ਜਿਉ, ਉਸ ਕਰਤੇ ਦੇ ਚਰਨਾਂ ਨਾਲ ਜੁੜਿਆ ਤੈਨੂੰ ਕਦੀ ਤਤੀ ਵਾਹ ਨਹੀਂ ਲੱਗੇਗੀ। ਹੋ ਆਪੋ ਬੋਲ ਨਾ ਜਾਣਦਾ ਮੈਂ, ਕਹਿਆ ਸਭ ਹੁਕਮਾਉ ਜਿਉ। ਸਾਹਿਬ ਕਹਿੰਦੇ ਨੇ, ਬੋਲ ਮੇਰੇ ਨਹੀਂ, ਕਿਤੇ ਨਾ ਸੋਚੀ ਵੀ ਮੈਂ ਤੈਨੂੰ ਕਹਿ ਦਿੱਤਾ ਹੈ। ਸਾਹਿਬ ਕਹਿੰਦੇ ਨੇ, ਮੇਰੇ ਨਹੀਂ ਬੋਲ, ਇਹ ਤੇ ਮੇਰੇ ਕਰਤੇ ਦੇ ਮਾਲਕ ਦੇ ਬੋਲ ਨੇ। ਹੋ ਆਪੋ ਬੋਲ ਨਾ ਜਾਣਦਾ, ਮੈਂ ਨਹੀਂ ਜਾਣਦਾ ਦੱਸਣਾ ਕਿਸੇ ਨੂੰ, ਮੇਰੇ ਕੋਲ ਇੰਨੀ ਵੁਕਤ ਨਹੀਂ, ਮੇਰੇ ਕੋਲ ਇੰਨਾ ਬਲ ਨਹੀਂ। ਸਤਿਗੁਰ ਕਹਿੰਦੇ ਨੇ, ਮੈਂ ਕਹਿਆ ਸਭ ਹੁਕਮਾਉ ਜਿਉ, ਮੈਂ ਜੋ ਕੁਝ ਤੈਨੂੰ ਦੱਸਿਆ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸਭ ਉਸ ਕਰਤੇ ਦਾ ਹੁਕਮ ਹੈ। ਉਸ ਕਰਤੇ ਦੇ ਅੰਮ੍ਰਿਤ ਬਚਨਾਂ ਵਿੱਚ ਰਹਿ, ਉਹਦੇ ਅੰਮ੍ਰਿਤ ਬੋਲਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈ। ਸੱਚ ਵਿੱਚ ਫਿਰ ਸਮਝ ਆ ਜਾਏਗੀ, ਜਿਨ ਸ਼ਰਧਾ ਰਾਮ ਨਾਮ ਲਾਗੀ, ਤਿਨ ਦੂਜੇ ਚਿਤ ਨ ਲਾਇਆ ਰਾਮ। ਜਿੰਦੀ ਸ਼ਰਧਾ ਗੁਰੂ ਦੇ ਉਪਦੇਸ਼ ਵਿੱਚ ਬਣ ਗਈ, ਨਾਮ ਵਿੱਚ ਜੁੜ ਗਈ, ਉਹਨੂੰ ਸਮਝ ਆ ਗਈ ਵੀ ਆ ਬਾਹਰ ਦੀਆਂ ਸ਼ਰਧਾ ਨਹੀਂ, ਗੁਰੂ ਸੱਚੀ ਸ਼ਰਧਾ ਮੰਗਦਾ ਹੈ, ਕਿਹੜੀ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਜੋੜਨਾ, ਇਹੀ ਸੱਚੀ ਸ਼ਰਧਾ ਹੈ। ਇਹਦੇ ਤੋਂ ਬਿਨਾਂ ਸਾਧ ਸੰਗਤ ਕੋਈ ਹੋਰ ਸ਼ਰਧਾ ਹੈ ਹੀ ਨਹੀਂ। ਆ ਬਾਹਰ ਦੀਆਂ ਜਿੰਨੀਆਂ ਅਸੀਂ ਫਿਜ਼ੀਕਲੀ ਕਿਰਿਆਵਾਂ ਕਰਨੇ ਆ, ਇਹ ਸ਼ਰਧਾ ਨਹੀਂ, ਇਹ ਸਿਰਫ ਸਾਡੇ ਮਨ ਦੀਆਂ ਚਲਾਕੀਆਂ ਨੇ। ਜਿਹਨੂੰ ਗੁਰੂ ਅਮਰਦਾਸ ਕਹਿੰਦੇ ਨੇ, ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਨ ਮਨ ਮੇਰਿਆ। ਪਾਤਸ਼ਾਹ ਕਹਿੰਦੇ ਨੇ, ਸਿਆਣਪਾਂ ਨੇ, ਚਤੁਰਾਈਆਂ ਨੇ, ਚਤੁਰਾਈਆਂ ਨਾਲ ਗੁਰੂ ਦੇ ਦਰ ਤੋਂ ਕੁਝ ਵੀ ਨਹੀਂ ਮਿਲਦਾ। ਹਾਂ, ਜਿੱਦਣ ਚਤੁਰਾਈਆਂ ਛੱਡ ਦਿਆਂਗੇ, ਇਸ ਮਨ ਨੂੰ ਸਮਝਾ ਦਿਆਂਗੇ, ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜਿਉ, ਇਉ ਪਾਵੇਂ ਹਰ ਦਰਸਾਵੜਾ। ਨੇ ਲੱਗੈ ਤਤੀ ਵਾਉ ਜਿਉ, ਉਹ ਆਪੋ ਬੋਲ ਨਾ ਜਾਣਦਾ ਮੈਂ, ਕਹਿਆ ਸਭ ਹੁਕਮਾਉ ਜਿਉ। ਫਿਰ ਗੁਰੂ ਦੇ ਅੰਮ੍ਰਿਤ ਬਚਨਾਂ ਦੀ ਸਮਝ ਆਏਗੀ ਸਾਧ ਸੰਗਤ। ਇਸ ਕਰਕੇ ਬਾਹਰੀ ਤੌਰ ਤੇ ਜਦੋਂ ਵੀ ਗੁਰੂ ਦੇ ਦਰ ਤੇ ਜਾਂਦੇ ਆ, ਆਪਣੇ ਮਨ ਦੇ ਅੰਦਰੋਂ ਨਾ ਘੜੀਏ ਵੀ ਨਹੀਂ ਆਹ ਗੁਰੂ ਨੂੰ ਚੰਗਾ ਲੱਗਦਾ ਹੈ, ਆਹ ਗੁਰੂ ਨੂੰ ਮਾੜਾ ਲੱਗਦਾ ਹੈ। ਗੁਰੂ ਦੇ ਉਪਦੇਸ਼ ਵਿੱਚੋਂ ਸਮਝਣ ਦਾ ਯਤਨ ਕਰੀਏ ਵੀ ਮੇਰੇ ਸਤਿਗੁਰ ਨੂੰ ਕਿਹੜੇ ਬੋਲ ਪਾਉਂਦੇ ਨੇ, ਕਿਹੜਾ ਉਪਦੇਸ਼ ਪਾਉਂਦਾ ਹੈ, ਕਿਹੜੇ ਅੰਮ੍ਰਿਤ ਬਚਨ ਜਿਨ੍ਹਾਂ ਨਾਲ ਮੇਰੇ ਮਾਲਕ ਦੇ ਘਰ ਵਿੱਚੋਂ ਇਹ ਖੁਸ਼ੀਆਂ, ਇਹ ਦਾਤਾਂ ਮਿਲਦੀਆਂ ਨੇ। ਸਤਿਗੁਰ ਕਿਰਪਾ ਕਰਨ, ਆਪ ਅੰਮ੍ਰਿਤ ਬਚਨਾਂ ਨੂੰ